ਕਬੀਰ ਜੀ ਦੇ ਵੀ ਬਚਨ ਹਨ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਬੀਰ ਜੀ ਦਾ ਭਾਵ ਹੈ ਕਿ ਸਾਕਤਾਂ ਦੀ ਸੰਗਤ ਨਾ ਕਰੋ। ਕਿਤੇ ਅਜਿਹੀ ਸੰਗਤ ਹੋਵੇ ਤਾਂ ਦੂਰ ਤੋਂ ਹੀ ਦੇਖ ਕੇ ਪਰੇ ਭੱਜ ਜਾਓ, ਨਹੀਂ ਤਾਂ ਮੂੰਹ ਕਾਲਾ ਹੋਣਾ ਹੀ ਹੋਣਾ ਹੈ। ਮੈਂ ਫਿਰ ਦੁਹਰਾ ਜਾਵਾਂ ਕਿ ਸਾਕਤਾਂ ਦੀ ਸੰਗਤ ਉਹਨਾਂ ਦੇ ਕਰਤੱਵ ਦੇਖ ਕੇ ਜਾਂ ਸੁਣ ਕੇ ਕਰਨੀ, ਉਹਨਾਂ ਨੂੰ ਮਿਲ ਕੇ ਸੰਗਤ ਕਰਨ ਨਾਲੋਂ ਵੀ ਵੱਧ ਮਾੜਾ ਅਸਰ ਕਰਦੀ ਹੈ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਕਤਾਂ ਦੇ ਮਨੋਰੰਜਨ ਵਾਲੇ ਬੋਲ ਅਤੇ ਦ੍ਰਿਸ਼ ਜਦੋਂ ਤੱਕ ਸਾਡਾ ਖਹਿੜਾ ਨਹੀਂ ਛੱਡਣਗੇ, ਉਦੋਂ ਤੱਕ ਸਾਡੀ ਸੇਵਾ, ਪਾਠ, ਕੀਰਤਨ ਦੀ ਘਾਲ ਅਤੇ ਰੱਖੀ ਹੋਈ ਆਮ ਜਾਂ ਤਕੜੀ ਰਹਿਤ ਕਿਸੇ ਅਰਥ ਨਹੀਂ। ਇੱਥੇ ਇਹ ਵੀ ਦੱਸਣਾ ਚੰਗਾ ਹੋਵੇਗਾ ਕਿ ਬਾਹਰਲੀ ਬੜੀ ਤਕੜੀ ਰਹਿਤ ਰੱਖਣ ਵਾਲੇ ਗੁਰਸਿੱਖਾਂ ਨੂੰ ਸਾਕਤਾਂ ਵਾਲੇ ਨੱਚਣ ਗਾਉਣ ਦੇ ਮਾੜੇ ਕਰਤੱਵ ਕਰਦੇ ਹੋਏ ਮੈਂ ਆਪ ਵੀ ਵੇਖਿਆ ਹੈ ਅਤੇ ਹੋਰਾਂ ਨੇ ਵੀ ਜ਼ਰੂਰ ਵੇਖਿਆ ਹੋਵੇਗਾ। ਸਾਡੀ ਸੇਵਾ, ਕੀਰਤਨ, ਪਾਠ, ਨਾਮ ਜਪਣ ਦੀ ਘਾਲ ਸਫਲੀ ਹੋਣ ਦੀ ਪਹਿਲੀ ਨਿਸ਼ਾਨੀ ਇਹੀ ਹੈ ਕਿ ਇਹ ਘਾਲ ਸਾਕਤਾਂ ਦੀ ਸੰਗਤ ਅਤੇ ਉਹਨਾਂ ਦੇ ਕਰਤੱਵਾਂ ਤੋਂ ਦੂਰ ਕਰ ਲਵੇਗੀ। ਜੇਕਰ ਸਾਕਤਾਂ ਦੀ ਸੰਗਤ ਅਤੇ ਉਹਨਾਂ ਦੇ ਕਰਤੱਵਾਂ ਨੂੰ ਦੇਖਣ ਜਾਂ ਸੁਣਨ ਦੀ ਖਿੱਚ ਹੈ ਤਾਂ ਪਹਿਲਾਂ ਆ ਚੁੱਕੇ ਸੰਤ ਜੀ ਦੇ ਬਚਨਾਂ ਅਨੁਸਾਰ ਸਮਝ ਲੈਣਾ ਚਾਹੀਦਾ ਹੈ ਕਿ ਫਿਰ ਸਾਡੀ ਮਾਲਾ ਭਾਵ ਸੇਵਾ, ਸਿਮਰਨ, ਕੀਰਤਨ ਸਭ ਕੁਝ ਅਜੇ ਬਾਹਰੋਂ ਅਤੇ ਲੋਕ ਵਿਖਾਵਾ ਹੀ ਹੈ। ਅੰਦਰ ਤਾਂ ਪਤਿਤਾਂ ਦੀ ਸੰਗਤ ਕਰਨ ਦੀ ਡੂੰਘੀ ਖਿੱਚ ਹੈ। ਸੰਤ ਜੀ ਸਾਕਤਾਂ ਦੇ ਗਾਣੇ ਅਤੇ ਪਿਕਚਰਾਂ ਦੇ ਬਹੁਤ ਹੀ ਵਿਰੁੱਧ ਸਨ ਅਤੇ ਪਿੰਡ ਆਨੰਦਪੁਰ ਦੇ ਨੌਜਵਾਨਾਂ ਨੂੰ ਵੀ ਇਸ ਬਾਰੇ ਬੜਾ ਜ਼ੋਰ ਦੇ ਕੇ ਸਮਝਾਉਂਦੇ ਰਹੇ ਹਨ। ਉਹਨਾਂ ਦੇ ਪ੍ਰਭਾਵ ਸਦਕਾ ਕੁਝ ਸਮਾਂ ਵਿਆਹਾਂ ਵਿੱਚ ਵੀ ਸਾਕਤਾਂ ਦੇ ਗਾਣੇ ਵਜਾਉਣੇ ਸਭ ਬੰਦ ਹੋ ਗਏ ਸਨ। ਪਰ ਨਿਗੋਰੇ ਪੁਰਸ਼ਾਂ ਦੇ ਉੱਤੇ ਇਹ ਅਸਰ ਬਹੁਤੀ ਦੇਰ ਰਹਿਣਾ ਮੁਸ਼ਕਲ ਸੀ ਅਤੇ ਕੁਝ ਦੇਰ ਤੋਂ ਬਾਅਦ ਘਟ ਅਤੇ ਫਿਰ ਹਟ ਹੀ ਗਿਆ ਸੀ। ਸੰਤ ਜੀ ਦੇ ਪਿਆਰ ਵਾਲੇ ਅੰਮ੍ਰਿਤਧਾਰੀ ਨੌਜਵਾਨ ਸਾਕਤਾਂ ਦੇ ਗਾਣੇ ਜਾਂ ਪਿਕਚਰਾਂ ਦੇ ਨੇੜੇ ਵੀ ਨਹੀਂ ਜਾਂਦੇ ਸਨ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਪਿਕਚਰ ਨਾਨਕ ਨਾਮ ਜਹਾਜ਼ ਹੈ ਦੇਖੀ ਸੀ। ਨਵੀਂ ਪਿਕਚਰ ਆਈ ਸੀ। ਸੰਗਤ ਵਿੱਚ ਬਹੁਤ ਚਰਚਾ ਚੱਲਦੀ ਰਹਿੰਦੀ ਸੀ ਕਿ ਇਹ ਬਹੁਤ ਚੰਗੀ ਧਾਰਮਿਕ ਪਿਕਚਰ ਆਈ ਹੈ। ਮੈਂ ਕਦੇ ਅੰਦਰ ਤੋਂ ਸਿਨੇਮਾ ਹਾਲ ਵੀ ਨਹੀਂ ਦੇਖਿਆ ਸੀ। ਇਸ ਪਿਕਚਰ ਵੇਲੇ ਹੀ ਵੇਖਿਆ ਸੀ। ਮੈਂ ਪਿਕਚਰ ਵੇਖਣ ਤੋਂ ਬਾਅਦ ਜਦੋਂ ਸੰਤ ਜੀ ਨੂੰ ਮਿਲਿਆ ਤਾਂ ਮੈਂ ਵੀ ਹੋਰ ਸੰਗਤ ਦੀ ਤਰ੍ਹਾਂ ਉਹਨਾਂ ਨੂੰ ਦੱਸਿਆ ਕਿ ਬਹੁਤ ਹੀ ਚੰਗੀ ਪਿਕਚਰ ਹੈ। ਭਾਵੇਂ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਬੁਰਾ ਤਾਂ ਨਹੀਂ ਸੀ ਮਨਾਇਆ, ਪਰ ਮੈਨੂੰ ਫਿਰ ਵੀ ਕਿਹਾ ਕਿ ਪਿਕਚਰ ਕਿੰਨੀ ਵੀ ਚੰਗੀ ਹੋਵੇ, ਇੱਕ ਦੋ ਗੰਦੇ ਸੀਨ ਤਾਂ ਫਿਰ ਵੀ ਆ ਹੀ ਜਾਂਦੇ ਹਨ। ਮੈਨੂੰ ਹੈਰਾਨੀ ਵੀ ਸੀ ਕਿ ਇਹਨਾਂ ਨੂੰ ਇੰਨੀ ਬਰੀਕੀ ਤੱਕ ਇਹਨਾਂ ਗੱਲਾਂ ਦਾ ਕਿਵੇਂ ਪਤਾ ਲੱਗ ਜਾਂਦਾ ਹੈ। ਮੈਂ ਉਹਨਾਂ ਨੂੰ ਇਸ ਬਾਰੇ ਕੁਝ ਵੀ ਪੁੱਛਿਆ ਨਹੀਂ। ਮੈਨੂੰ ਪਤਾ ਵੀ ਹੈ ਹੀ ਸੀ ਕਿ ਉਹ ਅਖਬਾਰ 'ਤੇ ਵੀ ਥੋੜ੍ਹੀ ਜਿਹੀ ਨਿਗਾਹ ਮਾਰ ਲੈਣ, ਉਹਨਾਂ ਨੂੰ ਪੱਤਰਕਾਰਾਂ ਵਾਂਗ ਸਭ ਕੁਝ ਪਤਾ ਲੱਗ ਜਾਂਦਾ ਸੀ। ਪਰ ਸਭ ਗੱਲਾਂ ਨੂੰ ਇਸ ਢੰਗ ਨਾਲ ਹੀ ਕਰਦੇ ਸਨ ਕਿ ਉਹ ਸਭ ਕੁਝ ਕਰਕੇ ਗੁਪਤ ਵੀ ਰਹਿਣ।
ਸਭ ਸੰਗਤ ਸਮਝ ਸਕਦੀ ਹੈ ਕਿ ਇਸ ਪਿਕਚਰ ਦੇ ਉੱਤੇ ਵੀ ਖੁਸ਼ੀ ਨਾ ਹੋਣੀ ਦੱਸ ਰਹੀ ਹੈ ਕਿ ਬਹੁਤ ਕੁਝ ਚੰਗਾ ਹੋਣ ਦੇ ਬਾਵਜੂਦ ਇੱਕ ਦੋ ਮਾੜੇ ਸੀਨ ਦੇਖਣੇ ਵੀ ਬੁਰੇ ਹਨ। ਗੁਰਮੁਖ ਪਿਆਰਿਆਂ ਦੀ ਇੰਨੀ ਵੀ ਇਜਾਜ਼ਤ ਨਹੀਂ ਹੈ। ਸਮਝ ਲੈਣਾ ਜ਼ਰੂਰੀ ਹੈ ਕਿ ਇੱਕ ਪਾਸੇ ਸੰਤ ਜੀ ਦਾ ਅੰਮ੍ਰਿਤ ਭੋਜਨ ਭਾਵ ਭੋਜਨ ਨੂੰ ਇਕਾਗਰ ਬਿਰਤੀ ਨਾਲ ਨਾਮ ਸਿਮਰਦੇ ਹੋਏ ਹੌਲੀ ਹੌਲੀ ਛਕਦੇ ਹੋਏ ਅੰਮ੍ਰਿਤ ਭੋਜਨ ਬਣਾ ਲੈਂਦੇ ਸਨ। ਦੂਜੇ ਪਾਸੇ ਸਾਕਤਾਂ ਦੇ ਗਾਣਿਆਂ, ਨਾਚਾਂ, ਧੁਨੀਆਂ ਦੇ ਪ੍ਰਭਾਵ ਹੇਠ ਬਣਾਉਣ ਵਾਲੇ ਅਤੇ ਛਕਣ ਵਾਲਿਆਂ ਦੇ ਅੰਦਰ ਚੱਲ ਰਹੇ ਉਹੀ ਸਾਕਤਾਂ ਦੇ ਦ੍ਰਿਸ਼ ਅਤੇ ਗੰਦੀਆਂ ਧੁਨੀਆਂ ਭੋਜਨ ਨੂੰ ਆਤਮਿਕ ਪੱਖ ਤੋਂ ਜ਼ਹਿਰੀਲਾ ਬਣਾ ਦਿੰਦੀਆਂ ਹਨ। ਇਹ ਜ਼ਹਿਰੀਲਾ ਭੋਜਨ ਸਤਿਗੁਰੂ ਦੇ ਨਾਲੋਂ ਤੋੜਦਾ ਹੈ, ਆਤਮਿਕ ਜੀਵਨ ਵੱਲੋਂ ਮਾਰ ਦਿੰਦਾ ਹੈ। ਆਮ ਲੋਕਾਂ ਦਾ ਤਾਂ ਕਹਿਣਾ ਹੀ ਕੀ ਹੈ, ਮੈਂ ਤਾਂ ਸਭ ਕੁਝ ਵੇਖ ਕੇ ਮੁੱਖ ਤੌਰ ਤੇ ਗੁਰਸਿੱਖਾਂ ਬਾਰੇ ਹੀ ਲਿਖ ਰਿਹਾ ਹਾਂ। ਸਾਰਾ ਦਿਨ ਕਈ ਵਾਰ ਅਜਿਹਾ ਜ਼ਹਿਰੀਲਾ ਭੋਜਨ ਛਕਦੇ ਰਹਿੰਦੇ ਹਾਂ, ਫਿਰ ਰਾਤੀ ਸੌਣ ਵੇਲੇ ਆਪਣੇ ਬੈੱਡ ਉੱਤੇ ਪੈ ਕੇ ਵੀ ਸਾਕਤਾਂ ਦੇ ਗਾਣੇ ਆਦਿ ਦ੍ਰਿਸ਼ ਦੇਖਦੇ ਅਤੇ ਸੁਣਦੇ ਹੋਏ ਉਸੇ ਤਰ੍ਹਾਂ ਸੌਂ ਜਾਂਦੇ ਹਾਂ। ਇਸ ਤਰ੍ਹਾਂ ਨੀਂਦ ਵੀ ਇਸ ਗੰਦਗੀ ਦੀ ਜ਼ਹਿਰੀਲੀ ਕੀਤੀ ਹੋਈ ਹੀ ਮਿਲਦੀ ਹੈ। ਫਿਰ ਇਸੇ ਤਰ੍ਹਾਂ ਦੀਆਂ ਜ਼ਹਿਰੀਲੀਆਂ ਸੋਚਾਂ ਭਾਵ ਗੁਰੂ ਦੇ ਪਿਆਰ ਵੱਲੋਂ ਮਾਰ ਦੇਣ ਵਾਲੇ ਵਿਚਾਰ ਹੀ ਅੰਦਰ ਚੱਲੀ ਜਾਂਦੇ ਹਨ। ਸਾਰਾ ਜੀਵਨ ਹੀ ਜ਼ਹਿਰੀਲਾ ਬਣ ਜਾਂਦਾ ਹੈ। ਪਿੱਛੇ ਕੀ ਬਚ ਜਾਂਦਾ ਹੈ? ਕੇਵਲ ਗੁਰਮੁਖੀ ਲਿਬਾਸ ਅਤੇ ਬਾਰੀ ਬਾਰੀ ਗੁਰਸਿੱਖੀ ਦੀ ਰਹਿਤ। ਇਸੇ ਤਰ੍ਹਾਂ ਜ਼ਹਿਰ ਨਾਲ ਭਰੇ ਹੋਏ ਅਸੀਂ ਫਿਰ ਧਰਮ ਦੇ ਸਾਰੇ ਕਾਰਜ ਗੁਰਸਿੱਖਾਂ ਦੀ ਹੈਸੀਅਤ ਵਿੱਚ ਕਰੀ ਜਾਂਦੇ ਹਾਂ। ਲੋੜ ਅਨੁਸਾਰ ਪ੍ਰਧਾਨਗੀਆਂ ਵੀ ਕੀਤੀਆਂ ਜਾਂਦੀਆਂ ਹਨ, ਪ੍ਰਚਾਰ ਵੀ ਕੀਤਾ ਜਾਂਦਾ ਹੈ, ਪਰ ਅਸਲ ਵਿੱਚ ਸਭ ਕੁਝ ਜ਼ਹਿਰ ਹੀ ਜ਼ਹਿਰ ਬਣ ਗਿਆ ਹੈ। ਇਸ ਸਾਰੇ ਕੁਝ ਨੂੰ ਸਮਝਣ ਵਾਲੇ ਅਤੇ ਇਸ ਤੋਂ ਬਚਾ ਕੇ ਸਾਡਾ ਨਿਸਤਾਰਾ ਕਰਨ ਦੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਸਾਨੂੰ ਸਬਕ ਪੜ੍ਹਾ ਰਹੇ ਹਨ ਕਿ ਸਾਕਤਾਂ ਦੀ ਸੰਗਤ ਤੋਂ ਸਭ ਗੁਰਸਿੱਖਾਂ ਨੇ ਬਚ ਕੇ ਰਹਿਣਾ ਹੈ। ਗੁਰੂ ਦੇ ਪਿਆਰੇ ਗੁਰਸਿੱਖ ਸੰਤ ਜੀ ਵੀ ਇਹੀ ਸਮਝਾਉਂਦੇ ਰਹੇ ਹਨ। ਸੰਤ ਜੀ ਸਰੀਰ ਕਰਕੇ ਭਾਵੇਂ ਨਹੀਂ ਰਹੇ, ਪਰੰਤੂ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਪ੍ਰੇਮੀ ਗੁਰਸਿੱਖਾਂ ਨੂੰ ਸਦਾ ਹੀ ਸਾਕਤਾਂ ਦੇ ਗਾਣੇ, ਨਾਟਕਾਂ ਜਾਂ ਪਿਕਚਰਾਂ ਆਦਿ ਤੋਂ ਰੋਕਦੀਆਂ ਰਹਿਣਗੀਆਂ ਅਤੇ ਪੁਕਾਰਦੀਆਂ ਰਹਿਣਗੀਆਂ ਕਿ ਗੁਰੂ ਦੇ ਪਿਆਰਿਓ, ਗੁਰੂ ਤੋਂ ਬੇਮੁਖ ਨਾ ਹੋਵੋ। ਗੁਰੂ ਨਾਲ ਜਾਂ ਟੈਲੀਵਿਜ਼ਨ 'ਤੇ ਚੱਲ ਰਹੇ ਸਾਕਤਾਂ ਦੇ ਗਾਣੇ, ਨੱਚਣ ਅਤੇ ਪਿਕਚਰਾਂ ਆਦਿ ਰਾਹੀਂ ਸਾਕਤਾਂ ਦੀ ਸੰਗਤ ਨਾਲ ਦੋਹਾਂ ਵਿੱਚੋਂ ਇੱਕ ਨਾਲ ਹੀ ਪ੍ਰੀਤ ਹੋ ਸਕਦੀ ਹੈ, ਦੋਵਾਂ ਨਾਲ ਬਿਲਕੁਲ ਨਹੀਂ ਹੋ ਸਕਦੀ। ਗੁਰੂ ਦੀ ਜਾਂ ਸਾਕਤਾਂ ਦੀ ਸੰਗਤ ਵਿੱਚੋਂ ਇੱਕ ਦੀ ਹੀ ਸੰਗਤ ਹੋ ਸਕਦੀ ਹੈ, ਦੋਵੇਂ ਤਾਂ ਪੂਰੀ ਤਰ੍ਹਾਂ ਅਸੰਭਵ ਹਨ। ਸਾਕਤਾਂ ਦੀ ਸੰਗਤ ਸਦਕਾ ਗੁਰੂ ਤੋਂ ਦੂਰੀ ਹੁੰਦੀ ਜਾਣੀ ਅਟੱਲ ਹੈ। ਇੱਥੇ ਇਹ ਗੱਲ ਵੀ ਸਮਝ ਲੈਣੀ ਜ਼ਰੂਰੀ ਹੈ ਕਿ ਸੰਤ ਜੀ ਵੀ ਅਤੇ ਹੋਰ ਪੁਰਾਤਨ ਗੁਰਸਿੱਖ ਕੀਰਤਨ ਵੀ ਟੈਲੀਵਿਜ਼ਨ ਤੋਂ ਨਹੀਂ ਸੁਣਦੇ ਸਨ। ਕੀਰਤਨ ਕਰਨਾ ਜਾਂ ਸੁਣਨਾ ਕੁਝ ਵੀ ਹੋਵੇ, ਕੇਵਲ ਅੱਖਾਂ ਮੀਚ ਕੇ ਹੀ ਕੀਰਤਨ ਕਰਦੇ ਜਾਂ ਸੁਣਦੇ ਸਨ। ਅੱਜ ਕੱਲ੍ਹ ਜਿਵੇਂ ਵੀਡੀਓ ਰਿਕਾਰਡਿੰਗ ਦਾ ਰਿਵਾਜ ਹੋ ਗਿਆ ਹੈ, ਇਹ ਸੰਤ ਜੀ ਅਤੇ ਹੋਰ ਪੁਰਾਤਨ ਗੁਰਸਿੱਖਾਂ ਦੀ ਸੋਚ ਤੋਂ ਬਿਲਕੁਲ ਉਲਟ ਹੈ, ਕਿਉਂਕਿ ਇਹ ਸ਼ਬਦ ਸੁਰਤ ਦਾ ਮਾਰਗ ਉੱਕਾ ਹੀ ਨਹੀਂ ਹੈ। ਭਗਤੀ ਕਰਨ ਲਈ ਇਸ ਨੂੰ ਬੰਦ ਕਰ ਦੇਣ ਤੋਂ ਬਗੈਰ ਕੋਈ ਚਾਰਾ ਨਹੀਂ ਹੈ। ਇਹ ਵੀ ਉਸੇ ਤਰ੍ਹਾਂ ਦੀ ਗੱਲ ਹੈ, ਅਸਲ ਵਿੱਚ ਉਸ ਤੋਂ ਵੀ ਵੱਡੀ ਹੈ। ਜਿਵੇਂ ਸੰਤ ਜੀ ਅਨੁਸਾਰ ਲਿਖੇ ਹੋਏ ਸ਼ਬਦ ਦੇਖ ਦੇਖ ਕੇ ਅੱਖਾਂ ਖੋਲ੍ਹ ਕੇ ਪਰ ਚੋਰੀ ਚੋਰੀ ਸੰਗਤ ਨੂੰ ਅੱਖਾਂ ਮੀਚੀਆਂ ਹੋਈਆਂ ਦਿਖਾ ਕੇ
ਕੀਰਤਨ ਕਰਨ ਦਾ ਰਿਵਾਜ ਸ਼ਬਦ ਸੁਰਤ ਦਾ ਮਾਰਗ ਨਹੀਂ ਹੈ। ਕੀਰਤਨ ਕਰ ਰਹੇ ਗੁਰਸਿੱਖਾਂ ਦੀਆਂ ਪਿਕਚਰਾਂ ਵੱਲ ਦੇਖੀ ਜਾਣਾ ਵੀ ਸ਼ਬਦ ਸੁਰਤ ਦਾ ਮਾਰਗ ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਕਿੱਥੇ ਤਾਂ ਗੁਰਸਿੱਖਾਂ ਦੀਆਂ ਉਹ ਸਮਾਧੀਆਂ, ਜਿਵੇਂ ਮੈਨੂੰ ਇੱਕ ਬਹੁਤ ਹੀ ਪਿਆਰੇ ਗੁਰਸਿੱਖ ਨੇ ਰਹਿਣ ਸਬਾਈ ਕੀਰਤਨ ਦੇ ਭੋਗ ਤੋਂ ਬਾਅਦ ਹੌਲੀ ਦੇਖ ਕੇ ਮੇਰੇ ਕੰਨ ਵਿੱਚ ਦੱਸਿਆ ਸੀ ਕਿ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਰਹਿਣ ਸਬਾਈ 1 ਸਕਿੰਟ ਦੀ ਸੀ। ਕਿੱਥੇ ਕੀਰਤਨੀਆਂ ਅਤੇ ਸੰਗਤ ਵੱਲ ਵੇਖੀ ਜਾਣਾ। ਸਾਰੀ ਰਾਤ ਦਾ ਕੀਰਤਨ ਸਮਾਧੀ ਵਿੱਚ 1 ਸਕਿੰਟ ਵਾਂਗ ਬਤੀਤ ਹੋਣਾ ਸਪਸ਼ਟ ਦੱਸ ਰਿਹਾ ਹੈ ਕਿ ਗੁਰੂ ਦੇ ਪਿਆਰੇ ਉਹ ਗੁਰਸਿੱਖ ਅੱਖਾਂ ਮੀਚ ਕੇ ਇਸ ਤਰ੍ਹਾਂ ਸਮਾਧੀ ਸਥਿਤ ਰਹੇ ਕਿ ਸਾਰੀ ਰਾਤ ਲੰਘਦੀ ਦਾ ਪਤਾ ਹੀ ਨਹੀਂ ਲੱਗਿਆ। ਸਾਰੀ ਰਾਤ ਅਫੁਰ ਸਮਾਧੀ ਕਰਕੇ 1 ਸਕਿੰਟ ਵਾਂਗ ਲੰਘ ਗਈ। ਕੀ ਇਸ ਤਰ੍ਹਾਂ ਖੁੱਲੀਆਂ ਅੱਖਾਂ ਨਾਲ ਬੈਠ ਕੇ ਸਾਰੀ ਰਾਤ ਦਾ ਕੀਰਤਨ ਮਗਨ ਹੋ ਕੇ 1 ਸਕਿੰਟ ਵਾਂਗ ਬਤੀਤ ਹੋ ਸਕਦਾ ਹੈ? ਮੈਂ ਇਹ ਕਹਾਣੀਆਂ ਨਹੀਂ ਬਣਾ ਰਿਹਾ, ਮੈਂ ਇਸ ਨੂੰ ਵਿਸਥਾਰ ਸਹਿਤ ਬਾਬਾ ਜੀ ਗੁਰਬਚਨ ਸਿੰਘ ਜੀ ਮੁਕਾਰੂੰਪੁਰ ਵਾਲਿਆਂ ਦੇ ਜੀਵਨ ਵਿੱਚ ਲਿਖਾਂਗਾ। ਇਹ ਬਿਲਕੁਲ ਅਸਲੀਅਤ ਹੈ, ਪਰ ਗੁਰਮੁਖਾਂ ਦੀਆਂ ਗੱਲਾਂ ਬਿਲਕੁਲ ਗੁਪਤ ਸਨ। ਉਹ ਇਹ ਗੱਲਾਂ ਇੱਕ ਨੀਚ ਕੀਟ ਕੇਵਲ ਮੇਰੇ ਨਾਲ ਹੀ ਸਾਂਝੀਆਂ ਕਰ ਲੈਂਦੇ ਸਨ। ਪਤਾ ਨਹੀਂ ਕਿਉਂ ਇਹੋ ਜਿਹਾ ਪਿਆਰ ਬਣ ਗਿਆ ਸੀ। ਹੋਰ ਕਿਤੇ ਵੀ ਇਹ ਗੱਲਾਂ ਜ਼ਾਹਰ ਨਹੀਂ ਕਰਦੇ ਸਨ। ਸਭ ਪਿਆਰੇ ਗੁਰਸਿੱਖਾਂ ਨੂੰ ਮੇਰੀ ਅਤੀ ਨਿਮਰਤਾ ਨਾਲ ਸਲਾਹ ਹੈ ਕਿ ਐਵੇਂ ਦਲੀਲਾਂ ਬਣਾ ਕੇ ਆਪਣਾ ਨੁਕਸਾਨ ਨਾ ਕਰੋ। ਆਉਣ ਵਾਲੀਆਂ ਪੀੜ੍ਹੀਆਂ, ਨੈਕਸਟ ਜਨਰੇਸ਼ਨ ਨੂੰ ਡੁੱਬਣ ਤੋਂ ਬਚਾਓ। ਬਿਲਕੁਲ ਧਿਆਨ ਟਿਕਾ ਕੇ ਵੇਖੋ ਕਿ ਅੱਖਾਂ ਮੀਚ ਕੇ ਗੁਰਸ਼ਬਦ ਵਿੱਚ ਇਕਾਗਰ ਹੋ ਜਾਣ ਵਾਂਗ ਖੁੱਲੀਆਂ ਅੱਖਾਂ ਨਾਲ ਇਕਾਗਰਤਾ ਬਣ ਸਕਦੀ ਹੈ। ਮੈਂ ਪੁਸਤਕ ਵਿੱਚ ਪਹਿਲਾਂ ਬਿਆਨ ਕਰ ਚੁੱਕਾ ਹਾਂ ਕਿ ਸੰਤ ਜੀ ਅਨੁਸਾਰ ਗੁਟਕੇ, ਸੈਂਚੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੇਖ ਕੇ ਪਾਠ ਕਰਦੇ ਸਮੇਂ ਅੱਖਾਂ ਅੱਗੇ ਅੱਗੇ ਪਾਠ ਕਰਨ ਵਿੱਚ ਲਗਾਤਾਰ ਲੱਗੀਆਂ ਰਹਿਣ ਕਾਰਨ ਬਿਰਤੀ ਇਕਾਗਰ ਹੋ ਜਾਂਦੀ ਹੈ। ਪਰ ਕੀਰਤਨ ਕਰਦੇ ਜਾਂ ਸੁਣਦੇ ਸਮੇਂ ਖੁੱਲੀਆਂ ਅੱਖਾਂ ਨਾਲ ਇਕਾਗਰਤਾ ਨਹੀਂ ਬਣ ਸਕਦੀ। ਵੀਡੀਓ ਕੀਰਤਨ ਸੁਣਦੇ ਸਮੇਂ ਕੀਰਤਨੀਆਂ ਅਤੇ ਹੋਰ ਸੰਗਤ ਵੱਲ ਵੇਖੀ ਜਾਣ ਕਰਕੇ ਬਿਰਤੀ ਇਕਾਗਰ ਹੋ ਹੀ ਨਹੀਂ ਸਕਦੀ। ਹੋਰ ਫੁਰਨੇ ਆਉਂਦੇ ਜਾਣਗੇ ਅਤੇ ਵੱਧਦੇ ਜਾਣਗੇ। ਇਸ ਤਰ੍ਹਾਂ ਕੀਰਤਨ ਸੁਣਨ ਵਾਲੇ ਕਈ ਬਿਮਾਰ, ਕਈ ਬਜ਼ੁਰਗ ਵੀ ਹੋਣਗੇ। ਜੇ ਕੋਈ ਇਸ ਤਰ੍ਹਾਂ ਦੀ ਹਾਲਤ ਵਿੱਚ ਸਵਾਸ ਛੱਡ ਗਿਆ ਤਾਂ ਉਸ ਦੀ ਪਰਮਗਤੀ ਨਹੀਂ ਹੋ ਸਕਦੀ। ਸੰਤ ਜੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਵਾਲੀ ਵਾਰਤਾ ਵਿੱਚ ਮੈਂ ਇਹ ਗੱਲ ਵਿਸਥਾਰ ਸਹਿਤ ਲਿਖ ਚੁੱਕਾ ਹਾਂ। ਪਿਆਰੀ ਸੰਗਤ ਜੀਓ, ਜ਼ਰੂਰ ਸਮਝਣਾ ਪੈਣਾ ਹੈ ਕਿ ਦੇਖ ਕੇ ਕੀਰਤਨ ਕਰਨ ਦਾ ਅਤੇ ਕੀਰਤਨ ਕਰ ਰਹੇ ਗੁਰਸਿੱਖਾਂ ਅਤੇ ਸੰਗਤ ਦੀਆਂ ਪਿਕਚਰਾਂ ਬਣਾਉਣੀਆਂ ਅਤੇ ਦੇਖੀ ਜਾਣ ਦਾ ਰਸਤਾ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਛੱਡਣਾ ਪਵੇਗਾ। ਨਹੀਂ ਤਾਂ ਗੁਰੂ ਤੋਂ ਦੂਰੀ ਹੋਰ ਵੱਧਦੀ ਜਾਵੇਗੀ, ਜ਼ਰੂਰ ਹੀ ਵੱਧਦੀ ਜਾਵੇਗੀ। ਆਉਣ ਵਾਲੀਆਂ ਪੁਸ਼ਤਾਂ ਦਾ ਗੁਰੂ ਦੇ ਪਿਆਰ ਵੱਲੋਂ ਨਾਸ ਹੋ ਜਾਵੇਗਾ। ਚੰਗਾ ਹੋਵੇਗਾ ਕਿ ਅਜੇ ਵੀ ਪੁਰਾਤਨ ਗੁਰਸਿੱਖਾਂ ਦੀਆਂ ਅਤੇ ਸੰਤ ਜੀ ਦੀਆਂ ਪੁਕਾਰਾਂ ਨੂੰ ਸੁਣ ਲਵੋ, ਜਾਗ ਪਵੋ। ਹੋਰ ਦੇਰੀ ਨਾ ਕਰੋ, ਇਸੇ ਵਿੱਚ ਹੀ ਭਲਾ ਹੈ।